ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਸੂਬਿਆਂ ਦੇ ਦੌਰੇ ਤੇ। ਮਣੀਪੁਰ ਦੇ ਲੋਕਾਂ ਨੂੰ ਕਿਹਾ ਵਿਕਾਸ ਦੌਰ ਵਿੱਚ ਕੋਈ ਪਰਿਵਾਰ ਪਿੱਛੇ ਨਾ ਰਹੇ। ਗੁਹਾਟੀ 'ਚ ਭਾਰਤ ਰਤਨ ਹਜ਼ਾਰਿਕਾ ਦੇ ਸ਼ਤਾਬਦੀ ਜਯੰਤੀ ਸਮਾਗਮ ਵਿੱਚ ਕੀਤੀ ਸ਼ਿਰਕਤ। ਰਾਜਪਾਲ ਕਟਾਰੀਆ ਵੱਲੋਂ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ। ਘੱਗਰ ਮਸਲੇ ਦਾ ਹੱਲ ਕਰਵਾਉਣ ਦਾ ਦਿੱਤਾ ਭਰੋਸਾ। ਕਿਹਾ ਕੇਂਦਰ ਔਖੀ ਘੜੀ 'ਚ ਪੰਜਾਬ ਦੇ ਨਾਲ। ਕੇਂਦਰੀ ਮੰਤਰੀ ਐਲ ਮੁਰਗਨ ਅੱਜ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ। ਕੇਂਦਰੀ ਰਾਜ ਮੰਤਰੀ BL ਵਰਮਾ ਨੇ ਲੁਧਿਆਣਾ ਦੇ ਪਿੰਡਾਂ ਦਾ ਕੀਤਾ ਦੌਰਾ। ਜ਼ਮੀਨੀ ਸਥਿਤੀ ਦਾ ਲਿਆ ਜਾਇਜ਼ਾ। ਪੀੜਤਾਂ ਨਾਲ ਕੀਤੀ ਮੁਲਾਕਾਤ। ਨੇਪਾਲ ਵਿੱਚ 5 ਮਾਰਚ ਨੂੰ ਹੋਣਗੀਆਂ ਸੰਸਦੀ ਚੋਣਾਂ। PM ਮੋਦੀ ਨੇ ਸੁਸ਼ੀਲਾ ਕਾਰਕੀ ਨੂੰ ਦਿੱਤੀ ਵਧਾਈ। ਮਹਿਲਾ ਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ ਦੱਸਿਆ। ਤੇ ਭਾਰਤੀ ਮਹਿਲਾ ਟੀਮ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਲਕੇ ਮੇਜ਼ਬਾਨ ਟੀਮ ਨਾਲ ਹੋਵੇਗਾ ਖਿਤਾਬੀ ਮੁਕਾਬਲਾ। ਸੁਪਰ 4 ਗੇੜੇ 'ਚ ਆਖਰੀ ਮੈਚ ਜਾਪਾਨ ਨਾਲ ਡਰਾ ਖੇਡਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ ਦੌਰੇ ਦੌਰਾਨ ਇੰਫਾਲ ਵਿਖੇ 1200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਪੂਰੇ ਹੋ ਚੁੱਕੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਇੱਥੋਂ ਦੇ ਰਹਿਣ ਸਹਿਣ ਨੂੰ ਸੁਖਾਲਾ ਅਤੇ ਮਿਆਰੀ ਬਣਾਉਣਗੇ, ਸਗੋਂ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਮਣੀਪੁਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ। आज मणिपुर के विकास के लिए हजारों करोड़ रुपए के प्रोजेक्ट्स का शिलान्यास और लोकार्पण हुआ है। ये प्रोजेक्ट आप सभी लोगों की ईज ऑफ लिविंग बढ़ाएंगे, यहां इंफ्रास्ट्रक्चर को मजबूत करेंगे और मणिपुर के युवाओं के लिए, यहां के बेटे बेटियों के लिए एम्प्लॉयमेंट के नए मौके भी बनाएंगे। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਰਾਖੀ ਵਿੱਚ ਮਣੀਪੁਰ ਦੇ ਯੋਗਦਾਨ ਤੋਂ ਅਸੀਂ ਪ੍ਰੇਰਨਾ ਲੈਣੀ ਹੈ। ਇਹ ਮਣੀਪੁਰ ਦੀ ਹੀ ਧਰਤੀ ਸੀ ਜਿੱਥੇ ਪਹਿਲੀ ਵਾਰ ਕੌਮੀ ਤਿਰੰਗਾ ਫਹਿਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਣੀਪੁਰ ਦੇ ਇਸ ਮਹਾਨ ਕਾਰਜ ਤੋਂ ਪ੍ਰੇਰਨਾ ਲੈ ਕੇ ਅੱਗੇ ਵਧ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਅੰਡੇਮਾਨ ਨਿਕੋਬਾਰ ਟਾਪੂ 'ਚ ਪੈਂਦੇ ਮਾਊਂਟ ਹੈਰੀਅਟ ਦਾ ਨਾਂ ਬਦਲ ਕੇ ਮਾਊਂਟ ਮਣੀਪੁਰ ਰੱਖਿਆ ਗਿਆ ਹੈ। ਇਹ ਮਣੀਪੁਰ ਦੇ ਆਜ਼ਾਦੀ ਘੁਲਾਟੀਆਂ ਨੂੰ ਦੇਸ਼ ਦੇ 140 ਕਰੋੜ ਦੇਸ਼ ਵਾਸੀਆਂ ਦੀ ਸ਼ਰਧਾਂਜਲੀ ਹੈ। मणिपुर में किसी भी तरह की हिंसा दुर्भाग्यपूर्ण है। ये हिंसा हमारे पूर्वजों और हमारी भावी पीढ़ी के साथ भी बहुत बड़ा अन्याय है। इसलिए हमें मणिपुर को लगातार शांति और विकास के रास्ते पर आगे लेके जाना है और मिलकर के जाना है। भारत की आजादी की लड़ाई में, भारत की रक्षा में मणिपुर के योगदान से हमें प्रेरणा लेनी है। ये मणिपुर की ही धरती थी जहां इंडियन नेशनल आर्मी ने पहली बार भारत का अपना ध्वज फहराया था। ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਹਾਟੀ ਵਿੱਚ ਭਾਰਤ ਰਤਨ ਡਾਕਟਰ ਭੁਪੇਨ ਹਜ਼ਾਰਿਕਾ ਦੀ 100ਵੀਂ ਜਯੰਤੀ ਦੇ ਸੰਬੰਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਉਹਨਾਂ ਅਸਾਮੀ ਭਾਸ਼ਾ ਵਿੱਚ ਉਹਨਾਂ ਦੀ ਜੀਵਨੀ ਭਾਰਤ ਰਤਨ ਭੁਪੇਨ ਹਜ਼ਾਰਿਕਾ ਜਾਰੀ ਕੀਤੀ ਅਤੇ ਉਹਨਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੂਬੇ ਲਈ ਜਾਰੀ ਕੀਤੀ ਗਈ 1600 ਕਰੋੜ ਰੁਪਏ ਦੀ ਰਕਮ ਸਿਰਫ ਇੱਕ ਟੋਕਨ ਮਨੀ ਹੈ ਜਿਹੜੀ ਸ਼ੁਰੂਆਤੀ ਮਦਦ ਦੇ ਤੌਰ ਤੇ ਦਿੱਤੀ ਗਈ ਹੈ।
ਰਾਜਪਾਲ ਨੇ ਕਿਹਾ ਕਿ ਕੇਂਦਰ ਵੱਲੋਂ ਭੇਜੀਆਂ ਗਈਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜ਼ਮੀਨੀ ਜਾਇਜ਼ਾ ਲੈ ਰਹੀਆਂ ਨੇ, ਜਿਸ ਦੀ ਵਿਸਥਾਰਿਤ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ ਮਗਰੋਂ ਪੰਜਾਬ ਨੂੰ ਹੋਰ ਮਾਲੀ ਸਹਾਇਤਾ ਦਿੱਤੀ ਜਾਵੇਗੀ। ਰਾਜਪਾਲ ਨੇ ਭਰੋਸਾ ਦਿਵਾਇਆ ਕਿ ਸਿਰਫ 1600 ਕਰੋੜ ਹੀ ਨਹੀਂ ਸਗੋਂ ਇਸ ਤੋਂ ਕਈ ਗੁਣਾ ਜ਼ਿਆਦਾ ਰਕਮਾਂ ਪੰਜਾਬ ਨੂੰ ਦਿੱਤੀਆਂ जाएंगियां। अब की बार बाढ़ की स्थिति सबसे अधिक थी। 1988 में पंजाब में बाढ़ की स्थिति थी, लेकिन अब की बार 2025 की 1988 से भी अधिक था। 3 प्रमुख नदियों में तो सामान्यतः रावी सबसे ज़्यादा अब की बार हमको प्रभावित किया है, सतलज और व्यास का भी है, लेकिन गग्गर के पानी ने भी एक तरह से काफ़ी कुछ एक तरह से चुनौती आ गई थी। गग्गर में भी जो पानी का लेवल था वो अब की बार सबसे अधिक था, खतरे के निशान। ਰਾਜਪਾਲ ਨੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿਵਾਇਆ ਕਿ ਕੇਂਦਰ ਇਸ ਔਖੀ ਘੜੀ ਵਿੱਚ ਪੂਰੀ ਤਰ੍ਹਾਂ ਪੰਜਾਬ ਦੇ ਨਾਲ ਹੈ। ਇਸ ਤੋਂ ਪਹਿਲਾਂ ਰਾਜਪਾਲ ਕਟਾਰੀਆ ਨੇ ਸੰਗਰੂਰ ਵਿੱਚ ਘੱਗਰ ਕੰਢੇ ਪੈਂਦੇ ਮਕਰੋੜ ਸਾਹਿਬ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਟਾਰੀਆ ਨੇ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਸਾਂਝੀ ਮੀਟਿੰਗ ਦੌਰਾਨ ਘੱਗਰ ਦੇ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਅਦਾਲਤਾਂ ਵਿੱਚ ਫੈਸਲੇ ਬਹੁਤ ਲੰਮੇ ਚਲੇ ਜਾਂਦੇ ਨੇ। कि ये पिछले 35 साल से इस समस्या का दोनों राज्य जो है ना अपने अपने पक्ष को रख रहे हैं, लेकिन नुकसान दोनों को ही हो रहा है। तो मेरी जानकारी में पहली बार है, क्योंकि मैं अभी नया ही था यहाँ, तो मैं कोशिश करूँगा कि दोनों सीएम को पहले बिठाएंगे, पहले वो क्या आगे बढ़ते हैं, फिर उसके बाद उनके टेक्निकल स्टाफ और बाकी सबको बिठा करके हम दोनों मिलकर के क्या आपस में सुलह रास्ता निकाल सकते हैं। कोर्ट तो उसके बाद में जब हमारी सहमति बनेगी तो कोर्ट का रास्ता निकालना आसान हो जाता है। जब हमारी सहमति नहीं बनती है तो कोर्ट में केवल पेशियाँ बदलती रहती है, निर्णय पर कुछ बनता नहीं है। तो प्रयत्न तो करेंगे, अब सफलता देना न देना ये ईश्वर के हाथ है। लेकिन सूचना ते प्रसारण ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਹਨਾਂ ਨੇ ਸ਼ਾਹਪੁਰ ਬਿਲਾ ਪਿੰਡ ਪਹੁੰਚ ਕੇ ਟਰੈਕਟਰ ਰਾਹੀਂ ਗਾਰ ਨਾਲ ਭਰੇ ਖੇਤਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਹਰੀਵਾਲ ਪਿੰਡ ਦੇ ਦੌਰੇ ਦੌਰਾਨ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਰਾਹਤ ਸਮੱਗਰੀ ਵੰਡੀ। ਕੇਂਦਰੀ ਰਾਜ ਮੰਤਰੀ ਨੇ ਭਾਨੂਪਾਲੀ ਅਤੇ ਬੇਲਾ ਧਿਆਨੀ ਵਿੱਚ ਵੀ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਹੋਈ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਾਲ ਰਾਹਤ ਸਮੱਗਰੀ ਵੀ ਵੰਡੀ। ਡਾਕਟਰ ਮੁਰਗਨ ਨੇ ਨੰਗਲ ਵਿੱਚ ਪੈਂਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਦਾ ਵੀ ਜਾਇਜ਼ਾ ਲਿਆ, ਜਿਸ ਨੂੰ ਬਰਸਾਤੀ ਪਾਣੀ ਨਾਲ ਨੁਕਸਾਨ ਪੁੱਜਿਆ ਸੀ। ਉਹਨਾਂ ਵੱਲੋਂ ਅੱਜ ਰੂਪਨਗਰ ਵਿੱਚ ਇੱਕ ਸਮੀਖਿਆ ਮੀਟਿੰਗ ਵੀ ਕੀਤੀ ਗਈ। ऑनरेबल प्राइम मिनिस्टर विजिटेड हियर एंड विजिट ने बाद तुरंत उधर उसकी ने 1600 करोड़ आवर प्राइम मिनिस्टर इज रिलीज्ड टू द अफेक्टेड पीपल एंड आल्सो द असेसमेंट आर स्टार्टेड टुडे। all villages there are damage assessments are starting. Apart from that, our central government already given 12,000 crore to the state for the disaster management. That is why the minister is criticizing the political parties, all the political parties. The fund has to be utilized with wherever ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਰਾਜ ਮੰਤਰੀ ਬਨਵਾਰੀ ਲਾਲ ਵਰਮਾ ਨੇ ਲੁਧਿਆਣਾ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਅਹਿਦ ਨੂੰ ਦੁਹਰਾਇਆ ਕਿ ਕੇਂਦਰ ਇਸ ਔਖੀ ਘੜੀ ਵਿੱਚ ਪੰਜਾਬ ਦੇ ਨਾਲ ਖੜਾ ਹੈ ਅਤੇ ਇਸ ਖੇਤੀਬਾੜੀ ਪ੍ਰਧਾਨ ਸੂਬੇ ਨੂੰ ਲੀਹ ਤੇ ਲਿਆਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਦਿੱਤੇ ਗਏ ਰਾਹਤ ਪੈਕੇਜ ਤੋਂ ਇਲਾਵਾ ਪੂਰੀ ਮੁਲਾਂਕਣ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਸੂਬੇ ਨੂੰ ਹੋਰ ਫੰਡ ਵੀ ਦਿੱਤੇ ਜਾਣਗੇ। विचार करिए कि इनके इक्विलिप्टस लगे थे या धान लगा था या कोई फसल और लगी थी, वो तो चली गई, लेकिन साथ ही साथ उस फसल के साथ साथ इनकी ज़मीन भी चली गई। ये ज़मीन चली गई, मुझे लगता है कि ये दर्द, ये पीड़ा बहुत जल्दी किसान भूल तो नहीं सकता, लेकिन माननीय प्रधानमंत्री मोदी जी स्वयं बहुत ही संवेदनशील हैं और मोदी सरकार हमेशा जब कभी भी दुख की घड़ी आती है तो ऐसे जो प्रभावित लोग रहते हैं उस दुख से, उस किसी भी चीज़ से उसके साथ लगातार खड़े होने का काम करते हैं।
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਨਡੀਆਰਐਫ ਬਾਰੇ ਕੈਗ ਰਿਪੋਰਟ ਨੂੰ ਸਾਂਝਾ ਕੀਤਾ ਹੈ। ਇਸ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਦਾਅਵਾ ਕੀਤਾ ਹੈ ਕਿ ਕੁੱਲ ਰਕਮ 12,000 ਕਰੋੜ ਤੋਂ ਵੀ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫੰਡ ਦੀ ਵਰਤੋਂ ਜਨਤਾ ਦੀ ਰਾਹਤ ਲਈ ਕੀਤੀ ਜਾਵੇ। ਜਾਖੜ ਨੇ ਮੁੱਖ ਮੰਤਰੀ ਨੂੰ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਣ ਦੀ ਵੀ ਮੰਗ ਕੀਤੀ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਸੋਸ਼ਲ ਮੀਡੀਆ ਵਿੱਚ ਕੈਗ ਰਿਪੋਰਟ ਦੀ ਕਾਪੀ ਸਾਂਝੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਆ ਰਹੇ ਐਸਡੀਆਰਐਫ ਦੇ ਪੈਸੇ। ਇਹ ਕੈਗ ਰਿਪੋਰਟ ਵਿੱਚ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ ਐਸਡੀਆਰਐਫ ਦੇ 9,041.74 ਕਰੋੜ ਰੁਪਏ ਪਏ ਨੇ ਅਤੇ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਨਹੀਂ ਲਿਆਂਦਾ ਹੈ। ਇਸ ਤੋਂ ਬਾਅਦ ਵੀ ਸਾਲ 2023-24, 2024-25 ਅਤੇ 25-26 ਲਈ ਫੰਡ ਆਏ ਨੇ, ਜਿਨ੍ਹਾਂ ਸਾਰਿਆਂ ਨੂੰ ਮਿਲਾ ਕੇ ਕੁੱਲ ਰਕਮ 12,000 ਕਰੋੜ ਰੁਪਏ ਬਣਦੀ ਹੈ। ਜਾਖੜ ਨੇ ਕਿਹਾ ਕਿ ਇਸ ਤੱਥ ਨੂੰ ਸੂਬੇ ਦੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜ਼ੁਬਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਮੰਨਿਆ ਹੈ। ਉਨ੍ਹਾਂ ਕਿਹਾ ਕਿ ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਸੂਬੇ ਦੇ ਲੋਕਾਂ ਤੋਂ ਮੁਆਫੀ ਮੰਗ ਲਵੋ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ। ਮਗਰੋਂ ਸੁਨੀਲ ਜਾਖੜ ਨੇ ਅਬੋਹਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪਿੰਡ ਖੁਈਆ ਸਰਵਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਤਾਂ ਪਹਿਲਾਂ ਹੀ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਸਕਦੇ ਸਨ, ਕਿਉਂ ਜੋ ਪੰਜਾਬ ਦੇ ਖਜ਼ਾਨੇ ਵਿੱਚ ਇਸ ਕੰਮ ਲਈ ਪਹਿਲਾਂ ਹੀ ਪੈਸੇ ਪਏ ਸੀ। बड़े अफसोस नाल कहना पैंदा भी वो पैसा भी सारा रोलता उस समय की सरकार ने। अज फिर हालात वही बने खड़े, फिर कोशिश करांगे। असीं तो अपने काम तो पिछे हटते नहीं, सरकारां हट जाण। असीं जाके मैं तो कहूँगा भगवंत मान जी नूं भी आके पहला तो इत्थे इलाका सामण, फिर जाके उत्थे जाके गल करन। जे संघ आंदी है वो कहंदे मैं तो मंगदा नहीं केंद्र तो पैसे, सब मंगण वाला काम असीं कर देंगे क्योंकि भुगत रहे हैं, पंजाब के लोग भुगत रहे हैं। कल्ले अबोहर फाजिलका दा मसला नहीं, सारा पंजाब है। पंजाब किते हड़ां दी सट ते आया पिया, किते सेम दी मार च आया पिया। ਕੌਮੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਕਚਹਿਰੀ ਜਲੰਧਰ, ਫਿਲੌਰ ਅਤੇ ਨਕੋਦਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਸਿਵਲ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਆਜ਼ਾਦ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਛੇਤੀ ਤੋਂ ਛੇਤੀ ਇਨਸਾਫ ਦੇਣਾ ਹੈ। ਜ਼ਿਲ੍ਹਾ ਜਲੰਧਰ ਵਿੱਚ ਕੁੱਲ 27 ਬੈਂਚ ਲਗਾਏ ਗਏ, ਜਿਨ੍ਹਾਂ ਵਿੱਚੋਂ ਨਕੋਦਰ ਅਤੇ ਫਿਲੌਰ ਵਿਖੇ 2-2 ਬੈਂਚ ਲਗਾਏ ਗਏ। ਇਸ ਦੌਰਾਨ 53,083 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ ਵਿੱਚੋਂ 52,238 ਕੇਸਾਂ ਦਾ ਨਿਪਟਾਰਾ ਸਮਝੌਤੇ ਰਾਹੀਂ ਕੀਤਾ ਗਿਆ। ਇਸ ਦੌਰਾਨ ਜ਼ਮੀਨੀ ਵਿਵਾਦ, ਘਰੇਲੂ ਝਗੜੇ, ਵਿਵਾਹਿਕ ਵਿਵਾਦ, ਬੈਂਕਿੰਗ ਤੇ ਬਿਜਲੀ ਮਾਮਲੇ ਅਤੇ ਹੋਰਨਾਂ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜਿਵੇਂ ਕਿ ਅੱਜ ਨੈਸ਼ਨਲ ਹੇਠ ਅਸੀਂ ਅੱਜ ਲੋਕ ਅਦਾਲਤ ਦਾ ਗਠਨ ਕੀਤਾ ਹੈ, ਜਿਸ ਵਿੱਚ ਅਸੀਂ ਅਪਰੋਕਸੀਮੇਟਲੀ 23 ਬੈਂਚ ਜਲੰਧਰ ਵਿੱਚ, 2 ਬੈਂਚ ਨਕੋਦਰ ਸਬ ਡਿਵੀਜ਼ਨ ਤੇ 2 ਬੈਂਚ ਫਿਲੌਰ ਸਬ ਡਿਵੀਜ਼ਨ ਵਿੱਚ ਲਗਾਏ। ਸਰ ਟੋਟਲ ਕਿੰਨੇ ਕੇਸ ਦਾ ਹੱਲ ਦਾ ਇਸ ਵਾਰ ਟਾਰਗੇਟ ਹੈ? ਅਸੀਂ ਅਪਰੋਕਸੀਮੇਟਲੀ 70,000 ਕੇਸ ਟੇਕਅਪ ਕੀਤੇ ਆ ਤੇ ਸਾਨੂੰ ਉਮੀਦ ਆ 50,000 ਦੇ ਕਰੀਬ ਕੇਸਾਂ ਦਾ ਅਸੀਂ ਨਿਪਟਾਰਾ ਕਰਨਾ। ਕਿਹੜੇ ਕੇਸ? ਅਜਿਹੀ ਅਦਾਲਤ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਲਗਾਈ ਗਈ। ਇਸ ਦੌਰਾਨ ਗਠਿਤ 11 ਬੈਂਚਾਂ ਸਾਹਮਣੇ ਸੁਣਵਾਈ ਲਈ 8,786 ਦੇ ਕਰੀਬ ਕੇਸ ਸੁਣਵਾਈ ਲਈ ਰੱਖੇ ਗਏ। ਸ਼੍ਰੀ ਫਤਿਹਗੜ੍ਹ ਸਾਹਿਬ ਲਈ 8 ਅਮਲੋਹ ਲਈ 2 ਅਤੇ ਖਮਾਣੋਂ ਦੀ ਅਦਾਲਤ ਲਈ 1 ਬੈਂਚ ਨੇ ਸੇਵਾਵਾਂ ਦਿੱਤੀਆਂ। ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਣ ਗੁਪਤਾ ਨੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਹੋਣ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ, ਕਿਉਂਕਿ ਇਹਨਾਂ ਲੋਕ ਅਦਾਲਤਾਂ ਵਿੱਚ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਅਮਲੋਹ ਤੇ ਖਮਾਣੋਂ ਵਿੱਚ ਇਸ ਸਾਲ ਦੀ ਤੀਜੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈਗਾ। ਟੋਟਲ ਅਸੀਂ 11 ਬੈਂਚ ਲਗਾਏ ਨੇ। 8 ਬੈਂਚਿਸ ਹੈੱਡਕੁਆਟਰ ਤੇ ਹੈ, 2 ਬੈਂਚਿਸ ਅਮਲੋਹ ਹੈ ਤੇ 1 ਖਮਾਣੋਂ ਹੈਗਾ ਤੇ ਟੋਟਲ ਅਸੀਂ ਕੇਸ ਟੇਕਅਪ ਕਰ ਰਹੇ ਹਾਂ 8786। ਇਹ ਗਿਣਤੀ ਥੋੜੀ ਜਿਹੀ ਵੱਧ ਵੀ ਸਕਦੀ ਹੈ ਕਿਉਂਕਿ ਕਈ ਵਾਰ ਪਾਰਟੀਆਂ ਲੋਕ ਅਦਾਲਤ ਦੇ ਵਾਲੇ ਦਿਨ ਆ ਕੇ ਵੀ ਦਿਖਾ ਦੇ ਦਿੰਦੇ ਕਿ ਸਾਡਾ ਅੱਜ ਲੋਕ ਅਦਾਲਤ 'ਚ ਕੇਸ ਲਗਾਇਆ ਜਾਵੇ, ਤਾਂ ਉਸ 'ਚ ਵੀ ਰਾਜੀਨਾਮਾ ਹੋ ਸਕਦਾ ਹੈ। ਇਹਦੇ ਵਿੱਚੋਂ ਅਸੀਂ 435 ਪ੍ਰੀਲਿਟੀਗੇਟਿਵ ਕੇਸਿਸ ਹੈਗੇ ਆ ਤੇ 2151 ਜਿਹੜੇ ਕੋਰਟ 'ਚ ਪੈਂਡਿੰਗ ਕੇਸਿਸ ਹੈਗੇ ਆ ਉਹ ਅੱਜ ਲਗਾਏ ਹੈਗੇ ਆ। ਅਜਿਹੀਆਂ ਅਦਾਲਤਾਂ ਪਟਿਆਲਾ, ਹੁਸ਼ਿਆਰਪੁਰ, ਮੋਹਾਲੀ, ਗੁਰਦਾਸਪੁਰ, ਫਰੀਦਕੋਟ, ਬਰਨਾਲਾ, ਮਾਨਸਾ, ਤਰਨਤਾਰਨ, ਨਵਾਂਸ਼ਹਿਰ, ਫਾਜ਼ਿਲਕਾ, ਅਬੋਹਰ, ਜਲਾਲਾਬਾਦ ਸਣੇ ਹੋਰਨਾਂ ਥਾਵਾਂ ਵਿੱਚ ਵੀ ਲਾਈਆਂ ਗਈਆਂ।
ਐਨਸੀਸੀ ਪੰਜਾਬ ਦੀ ਦੂਜੀ ਬਟਾਲੀਅਨ ਦੇ ਜਲੰਧਰ ਵਿੱਚ ਪੈਂਦੇ ਹੈੱਡਕੁਆਰਟਰ ਵਿੱਚ ਆਰਮੀ ਪਬਲਿਕ ਸਕੂਲ ਦੇ ਕੈਡਿਟਾਂ ਦੀ ਐਨਡੀਏ ਵਿੱਚ ਚੋਣ ਹੋਣ ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਕੈਡਿਟ ਕੁਮਾਰ ਗੌਰਵ ਅਤੇ ਕੈਡਿਟ ਪ੍ਰਿੰਸ ਕੁਮਾਰ ਦੁਬੇ, ਯਸ਼ ਕਰਨਵਾਲ, ਆਕਾਸ਼ ਕੁਸ਼ਵਾਹਾ ਨੇ ਦੇਸ਼ ਦੀ ਸਭ ਤੋਂ ਵੱਡੀ ਅਫਸਰ ਅਕੈਡਮੀ ਵਿੱਚ ਥਾਂ ਹਾਸਲ ਕਰਕੇ ਐਨਸੀਸੀ ਦਾ ਮਾਣ ਵਧਾਇਆ ਹੈ। ਗਰੁੱਪ ਕਮਾਂਡਰ ਬ੍ਰਿਗੇਡੀਅਰ ਏਕੇ ਭਾਰਦਵਾਜ ਨੇ ਸਾਰੇ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਐਨਡੀਏ ਵਿਕ ਸਿਖਲਾਈ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਤੇ ਜ਼ੋਰ ਦਿੱਤਾ। Also given previously attempt for the SSB where I got conflicts out. So I needed a professional eye to look into this matter. So as belonging to Army Public School Abhyas, I known Colonel Vinod Joshi sir because he used to give lectures and talk about the leaderships in our ਨੇਪਾਲ ਵਿੱਚ ਅਗਲੀਆਂ ਸੰਸਦੀ ਚੋਣਾਂ ਅਗਲੇ ਸਾਲ 5 ਮਾਰਚ ਨੂੰ ਹੋਣਗੀਆਂ। ਰਾਸ਼ਟਰਪਤੀ ਦਫ਼ਤਰ ਨੇ ਅੱਜ ਇਹ ਐਲਾਨ ਕੀਤਾ ਹੈ। ਹਫ਼ਤਾ ਭਰ ਚੱਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਲੰਘੇ ਦਿਨ 73 ਸਾਲਾਂ ਦੀ ਸੁਸ਼ੀਲਾ ਕਾਰਕੀ ਨੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਰਾਸ਼ਟਰਪਤੀ ਪੌਡੇਲ ਨੇ ਅੱਜ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਤੇ ਪ੍ਰਤੀਨਿਧੀ ਸਭਾ ਨੂੰ ਭੰਗ ਕਰਦੇ ਹੋਏ ਅਗਲੀਆਂ ਸੰਸਦੀ ਚੋਣਾਂ ਬਾਰੇ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਸੋਸ਼ਲ ਮੀਡੀਆ ਤੇ ਪਾਬੰਦੀ ਲਗਾਉਣ ਅਤੇ KP ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨੌਜਵਾਨ ਲੰਘੇ ਸੋਮਵਾਰ ਤੋਂ ਸੜਕਾਂ ਤੇ ਆ ਗਏ ਸਨ, ਜਿਸ ਦੇ ਚਲਦਿਆਂ ਨੇਪਾਲ ਵਿੱਚ ਇੰਨਾ ਸਿਆਸੀ ਉਲਟਫੇਰ ਹੋਇਆ। ਉਧਰ ਜ਼ੈਨਜੀ ਦੇ ਹਿੰਸਕ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ, ਜਿਸ ਵਿੱਚ ਇੱਕ ਭਾਰਤੀ ਅਤੇ 3 ਪੁਲਿਸ ਕਰਮੀ ਵੀ ਸ਼ਾਮਲ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੰਦਿਆਂ ਉਹਨਾਂ ਦੀ ਨਿਯੁਕਤੀ ਨੂੰ ਮਹਿਲਾ ਸ਼ਕਤੀਕਰਨ ਦੀ ਸ਼ਾਨਦਾਰ ਮਿਸਾਲ ਕਰਾਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।